ਬੁੱਢਾ ਹੋਇਆ ਸੇਖ ਫਰੀਦ, ਕੰਬਣ ਲੱਗੀ ਦੇ। ਜੇ 100 ਵਰਿਆਂ ਜੀਵਣਾ, ਵੀ ਤਨ ਹੋ ਸੀਖੇ। ਸੂਫੀ ਸੰਤ ਬਾਬਾ ਫਰੀਦ, ਜਿਨ੍ਹਾਂ ਦੀ ਬਿਰਹੀ ਕੂਕ ਇਹਨਾਂ ਸਲੋਕਾਂ ਵਿੱਚ ਝਲਕ ਰਹੀ ਹੈ, ਉਹਨਾਂ ਦੀ ਤੜਪ ਇਹਨਾਂ ਹੀ ਸਲੋਕਾਂ ਵਿੱਚ ਪ੍ਰਗਟ ਹੋ ਰਹੀ ਹੈ। ਮਾਨੋ ਇਹ ਸਲੋਕ ਇੱਕ ਤੜਪਣ ਦਾ ਰੂਪ ਨੇ, ਬਿਰਹੇ ਦਾ ਰੂਪ ਨੇ, ਬੈਰਾਗ ਦਾ ਰੂਪ ਨੇ। ਇਸ ਤੋਂ ਪਤਾ ਚੱਲਦਾ ਹੈ ਕਿ ਬਾਬਾ ਫਰੀਦ ਆਪਣੇ ਜੀਵਨ ਨੂੰ ਕਿਤਨੀ ਤਤਿਕਸ਼ਾ ਵਿੱਚ, ਕਿਤਨੀ ਗਹਿਰੀ ਤਪੱਸਿਆ ਵਿੱਚ ਢਾਲ ਕੇ ਸੰਤ ਬਣੇ, ਫਕੀਰ ਬਣੇ, ਅੱਲਾ ਦੇ ਪਿਆਰੇ ਬਣੇ। ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਸਭ ਤੋਂ ਬੜੀ ਪ੍ਰਬਲ ਹੈ। ਪ੍ਰਥਮ ਲਾਲਸਾ ਜੀਵਨ ਦੀ ਹੈ, ਫਿਰ ਜੀਵਨ ਲਈ ਸਭ ਕੁਛ ਮੰਗਣਾ। ਮੂਲ ਮੰਗ ਜੀਵਨ ਦੀ ਹੈ। ਔਰ ਇਤਨਾ ਵੱਡਾ ਜੀਵਨ ਜੋ ਗਿਣਤੀ ਤੋਂ ਵੀ ਪਰੇ, ਜਿਸ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਰ ਦਿੰਦੇ ਨੇ ਕਿ ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। 4 ਜੁਗਾਂ ਵਰਗੀ ਆਯੂ ਹੋ ਜਾਏ। ਔਰ ਸਿਰਫ ਇਤਨੀ ਲੰਬੀ ਆਯੂ ਹੀ ਨਹੀਂ, ਬਹੁਤ ਦੂਰ ਦਰਾਜ਼ ਤੱਕ ਨੌਖੰਡ ਪ੍ਰਿਥਵੀ ਵਿੱਚ ਨਾਮ ਦੀ ਚਰਚਾ ਵੀ ਹੋਵੇ, ਮਸ਼ਹੂਰੀ ਵੀ ਹੋਵੇ, ਇੱਜ਼ਤ ਮਾਣ ਮਰਿਆਦਾ ਲਈ ਸਾਰੇ ਨਾਲ ਚੱਲਣ ਔਰ ਹਰ ਥਾਂ 'ਤੇ ਸਨਮਾਨ ਮਿਲੇ। ਪ੍ਰਥਮ ਚਾਹਤ ਜੀਵਨ ਦੀ, ਫਿਰ ਜੀਵਨ ਵਾਸਤੇ ਸਭ ਕੁਛ ਦੀ ਚਾਹਤ। ਬਾਬਾ ਫਰੀਦ ਇਸ ਸਲੋਕ ਦੇ ਰਾਹੀਂ ਆਪਣੀ ਬਿਰਧ ਕਾਇਆ ਨੂੰ ਸਾਹਮਣੇ ਰੱਖ ਕੇ ਜਗਤ ਨੂੰ ਇੰਜ ਉਪਦੇਸ਼ ਦਿੰਦੇ ਨੇ। ਬੁੱਢਾ ਹੋਇਆ ਸੇਖ ਫਰੀਦ, ਕੰਬਣ ਲੱਗੀ ਦੇ। ਬਿਰਧ ਅਵਸਥਾ ਹੋ ਗਈ ਹੈ, ਸਰੀਰ ਪੁਰਾਣਾ ਹੋ ਗਿਆ, ਹੱਥ ਪੈਰ ਸਿਰ ਦੇਹੀ ਕੰਬਣ ਲੱਗ ਪਈ ਹੈ। ਬਾਬਾ ਫਰੀਦ ਕਹਿੰਦੇ ਨੇ, ਅਗਰ ਕੋਈ ਮਨੁੱਖ 100 ਸਾਲ ਤੱਕ ਵੀ ਔਸਤ ਜੀ ਲਵੇ ਤਾਂ ਵੀ ਤੇ ਖੇ ਹੀ ਆਉਣਾ ਹੈ, ਮਿੱਟੀ ਆਉਣਾ ਹੈ। ਭਾਵ ਕਿਤਨਾ ਵੀ ਲੰਬਾ ਜੀ ਲਵੇ, ਅੰਜਾਮ ਤੇ ਇਹੀ ਹੈ, ਖਾਕ ਹੋਣਾ, ਮਿੱਟੀ ਹੋਣਾ। ਦੂਸਰੇ ਸ਼ਲੋਕ ਵਿੱਚ ਆਪ ਇੱਕ ਹੋਰ ਗਹਿਰਾ ਅਨੁਭਵ ਜਗਤ ਦੇ ਸਾਹਮਣੇ ਰੱਖਦੇ ਨੇ। ਫਰੀਦਾ ਬਾਰ ਪਰਾਈਐ ਬੈਸਣਾ, ਸਾਈਂ ਮੁਝੇ ਨਾ ਦੇ। ਜੇ ਤੂੰ ਇਵੇਂ ਰਖਸੀ, ਜਿਉ ਸਰੀਰੋਂ ਲੈ। ਖੁਦਾ ਦੇ ਅੱਗੋਂ ਪ੍ਰਾਰਥਨਾ ਕਰ ਰਹੇ ਨੇ ਸੂਫੀ ਸੰਤ ਬਾਬਾ ਫਰੀਦ। ਹੇ ਖੁਦਾ, ਤੂੰ ਪਦਾਰਥਾਂ ਦੀ ਖਾਤਰ, ਇਸ ਜੀਵਨ ਦੀ ਖਾਤਰ ਮੈਨੂੰ ਕਿਸੇ ਦਾ ਮੁਤਾਜ ਨਾ ਬਣਾਈ, ਕਿਸੇ ਦੇ ਬੂਏ 'ਤੇ ਨਾ ਬਿਠਾਈ। ਬਿਠਾਣਾ ਹੀ ਹੈ ਤੇ ਆਪਣੇ ਦਰ 'ਤੇ ਬਿਠਾਈ। ਔਰ ਦਰਵੇਸ਼ ਕਹਿੰਦੇ ਵੀ ਉਸ ਨੂੰ ਨੇ ਜੋ ਖੁਦਾ ਦਾ ਦਰ ਮੱਲ ਲੈਂਦੇ ਨੇ, ਜੋ ਖੁਦਾ ਦੇ ਦਰ 'ਤੇ ਬੈਠ ਜਾਂਦੇ ਨੇ, ਦਰਵੇਸ਼। ਬਾਬਾ ਫਰੀਦ ਕਹਿੰਦੇ ਨੇ, ਤੇਰੇ ਦਰ ਤੋਂ ਬਿਨਾਂ ਮੈਂ ਹੋਰ ਕਿਸੇ ਵੀ ਦਰ 'ਤੇ ਬੈਠਣਾ ਨਹੀਂ ਚਾਹੁੰਦਾ। ਤੇਰੀ ਮੁਤਾਜੀ ਤੋਂ ਬਿਨਾਂ ਮੈਨੂੰ ਹੋਰ ਕਿਸੇ ਦੀ ਮੁਤਾਜੀ ਨਹੀਂ ਚਾਹੀਦੀ। ਮੈਨੂੰ ਐ ਖੁਦਾ ਕਿਸੇ ਦੇ ਬੂਏ ਦਾ ਮੁਤਾਜ ਨਾ ਬਣਾਈ, ਕਿਸੇ ਦੇ ਦਰਵਾਜ਼ੇ 'ਤੇ ਨਾ ਬਿਠਾਈ। ਜੇ ਕਿਧਰੇ ਮੇਰੀ ਪ੍ਰਾਲਬਧ ਐਸੀ ਹੋਵੇ ਔਰ ਤੇਰੀ ਚਾਹਤ ਵੀ ਐਸੀ ਹੋਵੇ, ਤਾਂ ਫਿਰ ਮੇਰੀ ਮੰਗ ਇਹ ਹੈ, ਜੇ ਤੂੰ ਇਵੇਂ ਰਖਸੀ, ਇਹ ਜਿਉਂ ਸਰੀਰੋਂ ਲੈ।
फिर इस शरीर दे चों जीव लै लै। फिर मैं इसे जीवन नालों मौत नूं तरजीह देना, फिर मैं मरना कबूल कर लवांगा, किसी दे बूहे ते बैठना कबूल नहीं। कंद कुहाड़ा सिर घड़ा, वण के सर लोहार, फरीदा हों लोड़ी सो अपना, तू लोड़े अंगियार। पुराना जमाना लोहारां नूं कोलियां दी लोड़ पैंदी सी, लोहे नूं गर्म करन लई, लोहे नूं ढालण लई। और ऐसा दौर भी लंघिया है इस देश दे च और सारी दुनिया च कि ईंधन विकदा नहीं सी, आप ही जंगलों तो चुक के लियाना पैंदा सी। कोले विकदे नहीं सन, आप ही बनाने पैंदे सन। तो लोहार जंगल दे च पानी दा भरा होया घड़ा लैके मोंडे ते कुलाड़ा रख के चल पिया। बाबा फरीद कहंदे ने, सिर ते घड़ा मोंडे ते कुलाड़ा, ये वण दे सर, ये जंगल दे सिर आण खलोता है। लोहार भाव बादशाह बनिया होया है। हुण इसकी मर्जी है किसी भी दरख्त ते कुलाड़ा फेर देवे और उसनूं कट देवे और उसनूं जला के कोयलियां दी शक्ल दे देवे। पर फरीद भी इसे जंगल दे च ने। आप कहंदे ने, एक कोले लभ रहे, पर मैं खुदा नूं लभ रहा, परम प्रकाश नूं लभ रहा। वैसे तो यह भी अंगियार लभ रहा है, कोयला जलाण लई लभ रहा है, उन्होंने बालन लई लभ रहा है। चानना मैं भी लभ रहा, पर यह जीवन नूं कोला बना के चानना लभना चाहता है। मैं सुते सिद्ध जीवन नूं प्रकाशमई बनाना चाहता। ये लोहार ते मेरे विच अंतर है। भावें दोवें ही जंगल दे च बैठे हैं, भावें दोवें ढूंढ रहे हैं, उजाड़ दे धक्के खा रहे हैं, पर एक कोयले लभ रहा है विकारां दे। मैं लभ रहा परमात्मा नूं, परम प्रकाश नूं। फरीदा इक ना आटा अगला, इक ना नहीं लोण, अगे गए सिंजाप सन, चोटां खासी कौन। जीवन नूं नापण दा, तोलण दा पैमाना मनुखी समाज दे च आदि काल तो धन रहा है। जिस कोल धन है ये महान है, जिस कोल बहुत सारियां महल माड़ियां ने ये महान ने। ये नापण तोलण दा पैमाना है। पर मनुख दी महानता, मनुख दी अजमत, ये पैमाना खुदाई दरबार दा नहीं है। ईश्वर दे दरबार दे च मनुख नूं नापण दा ये पैमाना नहीं है। इस वास्ते बाबा फरीद कहंदे ने, एक दे घर ते आटा बहुत ज़्यादा है, बहुत ज़्यादा है, खाण नूं बहुत कुछ है, पर एक दे घर ते लूण जिन्ने भी पदार्थ कोई नहीं, लूण भी नहीं है। ये ते अगे जाके पता चलेगा कि मूँह ते चोटां किस ते पैणियां ने, निर्धन ते या धनवान ते। कई दफ़ा निर्धन मनुख जब चारों पासे मायूस हो जाता है तो उसके अंदर ईश्वरी तड़प पैदा हो जाती है। वो परमात्मा नूं अपना सहारा बना लेंदा है। पर एक धनवान
ਉਤਨੇ ਚਿਰ ਤੱਕ ਤੇ ਭਗਵਾਨ ਦਾ ਸਹਾਰਾ ਨਹੀਂ ਪਕੜਦਾ ਜਿਤਨੇ ਚਿਰ ਤੱਕ ਐਸੀ ਅਵਸਥਾ ਨਾ ਬਣ ਜਾਏ ਕਿ ਧਨ ਨਾਲ ਹਰ ਮਸਲਾ ਹੱਲ ਨਹੀਂ ਹੋ ਸਕਦਾ। ਧਨ ਮੇਰੀਆਂ ਸਾਰੀਆਂ ਖਾਹਿਸ਼ਾਤ ਦੀ ਪੂਰਤੀ ਨਹੀਂ ਕਰ ਸਕਦਾ। ਧਨ ਮੈਨੂੰ ਸਭ ਕੁਝ ਨਹੀਂ ਦੇ ਸਕਦਾ, ਮਨ ਦਾ ਸਕੂਨ, ਮਨ ਦਾ ਚੈਨ। ਜਿਤਨੇ ਚਿਰ ਤੱਕ ਇਸ ਗੱਲ ਦੀ ਸਮਝ ਨਾ ਪਵੇ ਤੇ ਇਤਨੀ ਵੱਡੀ ਚੋਟ ਨਾ ਲੱਗੇ, ਉਤਨੇ ਚਿਰ ਤੱਕ ਤੇ ਧਨਵਾਨ ਈਸ਼ਵਰ ਦਾ ਸਹਾਰਾ ਨਹੀਂ ਪਕੜਦਾ। ਇਸ ਸ਼ਲੋਕ ਦੇ ਵਿੱਚ ਇਸੇ ਅਨੁਭਵ ਨੂੰ ਬਾਬਾ ਫਰੀਦ ਸਾਡੇ ਸਾਹਮਣੇ ਰੱਖਦੇ ਪਏ ਨੇ। ਬੇਕ ਦੇ ਘਰ ਤੇ ਪਦਾਰਥ ਅਥਾਹ ਨੇ, ਖਾਣ ਨੂੰ ਬਹੁਤ ਕੁਛ ਹੈ, ਪਰ ਇੱਕ ਦੇ ਘਰ ਤੇ ਲੂਣ ਜਿਤਨੇ ਵੀ ਪਦਾਰਥ ਨਹੀਂ। ਇੱਕ ਦੇ ਘਰ ਦੇ ਤੇ ਆਟਾ ਵੀ ਜ਼ਰੂਰਤ ਤੋਂ ਜ਼ਿਆਦਾ ਹੈ, ਔਰ ਇੱਕ ਦੇ ਘਰ ਦੇ ਤੇ ਲੂਣ ਵੀ ਨਹੀਂ ਹੈ। ਇਹ ਤੇ ਹੁਣ ਅੱਗੇ ਪਤਾ ਚੱਲਣਾ ਹੈ ਕਿ ਜੋ ਮੁਫਲਿਸ ਹੈ, ਇਹ ਜੋ ਅਮੀਰ ਹੈ, ਕਿਸ ਦੇ ਮੂੰਹ ਤੇ ਉੱਤੇ ਜੋ ਹੈ ਚੋਟਾਂ ਪੈਣੀਆਂ ਨੇ। ਭਾਵ ਜਿਸ ਨੇ ਈਸ਼ਵਰ ਦਾ ਸਹਾਰਾ ਪਕੜ ਲਿਆ ਉਹੀ ਸੁਰਖਰੂ ਹੋ ਜਾਏਗਾ, ਔਰ ਅਕਸਰ ਸਹਾਰਾ ਉਹੀ ਪਕੜਦਾ ਹੈ ਜੋ ਆਪਣੇ ਆਪ ਨੂੰ ਬੇਸਹਾਰਾ ਸਮਝ ਲਵੇ, ਔਰ ਅਕਸਰ ਨਿਰਧਨ ਆਪਣੇ ਆਪ ਨੂੰ ਬੇਸਹਾਰਾ ਸਮਝ ਲੈਂਦਾ ਹੈ, ਮੰਨ ਲੈਂਦਾ ਹੈ। ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬਹੁਤ ਸਾਰੇ ਜੋ ਭਗਤ ਬੈਠੇ ਨੇ, ਕਬੀਰ, ਨਾਮਦੇਵ, ਸਦਣਾ, ਸੈਨ, त्रिलोचन और भगत रविदास, ਇਹ ਕੋਈ ਬਹੁਤ ਧਨਾਢ ਘਰਾਣਿਆਂ 'ਚੋਂ ਨਹੀਂ ਨੇ। ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਕਾ ਚਲਾਉਂਦੇ ਸਨ, ਔਰ ਜਦ ਹਰ ਪਾਸੋਂ ਮਜਬੂਰੀਆਂ ਨੇ ਘੇਰਿਆ ਤਾਂ ਇਹ ਮਜਬੂਰੀਆਂ ਸੁਰਤ ਨੂੰ ਇਤਨੀਆਂ ਉੱਚੀਆਂ ਕਰ ਗਈਆਂ, ਈਸ਼ਵਰ ਦੀ ਤੜਪ ਪੈਦਾ ਕਰ ਦਿੱਤੀ, ਪ੍ਰਭੂ ਦੀ ਤਰਫ ਪੈਦਾ ਕਰ ਦਿੱਤੀ। ਔਰ ਇਹ ਮੁਫਲਿਸ ਇਤਨੇ ਮਹਾਨ ਹੋਏ ਕਿ ਬੜੇ ਬੜੇ ਰਾਜੇ ਮਹਾਰਾਜਿਆਂ ਨੇ, ਬਾਦਸ਼ਾਹਾਂ ਨੇ ਆਪਣੇ ਸਿਰ ਇਹਨਾਂ ਦੇ ਕਦਮਾਂ 'ਤੇ ਰੱਖੇ, ਔਰ ਇਹਨਾਂ ਦੇ ਬੋਲ ਸਦੀਵੀ ਅਮਰ ਹੋ ਕੇ ਗੂੰਜ ਰਹੇ ਨੇ, ਔਰ ਗੂੰਜਦੇ ਰਹਿਣਗੇ। ਪਾਸ ਦਮਾ ਮੇ ਛਤਰ ਸਿਰ ਭੇਰੀ ਛੱਡੋ ਰੱਡ, ਜਾਏ ਸੁਤੇ ਜੀਰਾਣ ਮੇ ਥੀਏ ਅਤੀਮਾ ਗੱਡ। ਜਿਨ੍ਹਾਂ ਦੇ ਘਰ ਦੇ 'ਚ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਅੱਗੋਂ ਧੌਂਸੇ ਵੱਜਦੇ ਸਨ, ਜਿਨ੍ਹਾਂ ਦੇ ਘਰ ਨੌਬਤ ਵੱਜਦੀ ਸੀ, ਸ਼ਹਿਨਾਈਆਂ ਵੱਜਦੀਆਂ ਸਨ, ਜਿਨ੍ਹਾਂ ਦੇ ਅੱਗੋਂ ਹਰ ਵਕਤ ਮਾਣ ਸਨਮਾਨ ਬਣਿਆ ਰਹਿੰਦਾ ਸੀ, ਬਾਬਾ ਫਰੀਦ ਕਹਿੰਦੇ ਮੈਂ ਦੇਖਦਾ, ਜਾਏ ਸੁਤੇ ਜੀਰਾਣ ਮੇ ਥੀਏ ਅਤੀਮਾ ਗੱਡ। ਉਜਾੜ ਦੇ 'ਚ ਜਾ ਸੁੱਤੇ ਨੇ, ਔਰ ਕਬਰ ਦੇ 'ਚ ਦਫਨ ਕਰ ਦਿੱਤੇ ਗਏ ਨੇ, ਇਸ ਤਰ੍ਹਾਂ ਜੈਸੇ ਕੋਈ ਯਤੀਮ ਹੋਵੇ। ਜੈਸੇ ਯਤੀਮ ਦਾ ਕੋਈ ਸਹਾਰਾ ਨਹੀਂ ਹੁੰਦਾ, ਹੁਣ ਕਬਰ ਦੇ 'ਚ ਕੌਣ ਸਹਾਰਾ? ਹੁਣ ਕਬਰ ਦੇ 'ਚ ਕਿਸ ਦੀ ਟੇਕ? ਤੋ ਯਤੀਮਾਂ ਦੀ ਤਰ੍ਹਾਂ ਇਹ ਕਬਰ ਦੇ 'ਚ ਜਾ ਪਏ। ਬਾਬਾ ਫਰੀਦ ਕਹਿੰਦੇ ਨੇ ਕਿ ਕਈ ਦਫਾ ਜੀਵਨ ਦੀ ਲਾਲਸਾ ਦੇ ਨਾਲ ਨਾਲ ਪਦਾਰਥਾਂ ਦੀ ਲਾਲਸਾ ਵੀ ਉਸੇ ਤਰੀਕੇ ਨਾਲ ਵੱਧਦੀ ਹੈ, ਔਰ ਨਾਲ ਜੋ ਹੈ ਚੱਲਦੀ ਹੈ। ਉਸ ਦਾ ਅਗਲੇ ਸ਼ਲੋਕ ਦੇ 'ਚ ਵੀ ਆਪ ਜ਼ਿਕਰ ਕਰਦੇ ਨੇ। ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਸਾਰੀ ਜ਼ਿੰਦਗੀ ਮਹਿਲ ਮਾੜੀਆਂ ਹੀ ਉਸਾਰਦੇ ਰਹੇ, ਕੋਠੇ ਉਸਾਰਦੇ ਰਹੇ। ਇਹ ਤੇ ਝੂਠਾ ਸੌਦਾ ਕਰ ਗਏ, ਔਰ ਇੱਕ ਦਿਨ ਕਬਰ ਦੇ 'ਚ ਆਣ ਪਏ। ਵਾਸਤਵਿਕ ਇਹ ਸੌਦਾ ਸੱਚਾ ਸੌਦਾ ਨਹੀਂ ਹੈ। ਸੱਚਾ ਸੌਦਾ ਉਹ ਹੀ ਹੈ ਜਿਸ ਦਾ ਫਲ ਪਰਲੋਕ ਦੇ 'ਚ ਵੀ ਮਿਲੇ, ਮਰਨ ਤੋਂ ਬਾਅਦ ਵੀ ਪ੍ਰਾਪਤ ਹੋਵੇ। ਤੇ ਜਿਹੜਾ ਸੌਦਾ ਕਰੀਏ ਸਭ ਕੁਝ ਇੱਥੇ ਹੀ ਰਹਿ ਜਾਏ,
ਇਸ ਨੂੰ ਬਾਬਾ ਫਰੀਦ ਕਹਿੰਦੇ ਨੇ ਇਹ ਤੇ ਕੂੜਾ ਸੌਦਾ ਹੋਇਆ, ਸਿਰਫ ਥੋੜ੍ਹਾ ਜਿਹਾ ਲੋਕ ਦੇ ਜਸ ਪ੍ਰਾਪਤ ਹੋ ਗਿਆ, ਪਰਲੋਕ ਤੇ ਵਿਗੜ ਗਿਆ। ਤੋ ਪਰਲੋਕ ਸਵਾਰਨ ਤੇ ਬਾਬਾ ਫਰੀਦ ਜ਼ੋਰ ਦੇ ਰਹੇ ਨੇ। ਫਰੀਦਾ ਖਿੰਤੜ ਮੇਖਾਂ ਅਗਲੀਆਂ, ਜਿੰਦ ਨ ਕਾਈ ਮੇਖ, ਵਾਰੀ ਆਪੋ ਆਪਣੀ, ਚਲੇ ਮਸਾਇਖ ਸੇਖ। ਸਰੀਰ ਦੇ ਉੱਤੇ ਜੋ ਚੋਲਾ ਪਹਿਨਿਆ ਇਹਨੂੰ ਤੇ ਟਾਕੀਆਂ ਲਾਈਆਂ ਜਾ ਸਕਦੀਆਂ ਨੇ, ਅਗਰ ਇਹ ਫਟ ਜਾਏ ਤਾਂ ਤਰੋਪਾ ਲਾਇਆ ਜਾ ਸਕਦਾ ਹੈ, ਸੀਤਾ ਜਾ ਸਕਦਾ ਹੈ। ਪਰ ਸਰੀਰ ਦੇ ਚੋਂ ਜਦ ਜਿੰਦ ਨਿਕਲਦੀ ਹੈ, ਇਹਨੂੰ ਕਿਸ ਤਰ੍ਹਾਂ ਤਰੋਪਾ ਲਾਈਏ, ਇਹਨੂੰ ਕਿਵੇਂ ਟਾਕੀ ਲਾਈਏ, ਇਸ ਨੂੰ ਸਰੀਰ ਦੇ ਨਾਲ ਕਿਵੇਂ ਸੀਏ ਕਿ ਇਹ ਜਿੰਦ ਕਾਇਆ ਦਾ ਤਿਆਗ ਨਾ ਕਰੇ, ਸਰੀਰ ਚੋਂ ਨਾ ਨਿਕਲੇ। ਤਾਂ ਬਾਬਾ ਫਰੀਦ ਕਹਿੰਦੇ ਨੇ ਵਾਕਈ ਜਿੰਦ ਤੇ ਕਾਇਆ ਨੂੰ ਕੋਈ ਮੇਖ ਨਹੀਂ ਲੱਗਦੀ, ਕੋਈ ਟਾਕੀ ਨਹੀਂ ਲੱਗਦੀ। ਆਪਣੀ ਆਪਣੀ ਵਾਰੀ ਦੇ ਨਾਲ ਬੜੇ ਬੜੇ ਮਸ਼ਾਇਖ, ਸ਼ੇਖ, ਮੁਦੱਬਰ, ਉਲਮਾ, ਔਲੀਆ ਆਖਿਰ ਕਬਰਾਂ ਤੱਕ ਹੀ ਪਹੁੰਚਦੇ ਨੇ। ਬਸ ਆਪਣੀ ਆਪਣੀ ਵਾਰੀ ਨਾਲ ਹੀ ਜੋ ਹੈ ਸਾਰੇ ਚੱਲਦੇ ਨੇ। ਫਰੀਦਾ ਦੋਹ ਦੀਵੇ ਬਲੰਦਿਆਂ, ਮਲਕ ਬੈਠਾ ਆਏ, ਗੜ ਲਈ ਤਾਂ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਅੱਖਾਂ ਦੇ ਦੋ ਦੀਵੇ ਜਗ ਰਹੇ ਸਨ ਕਿ ਮੌਤ ਨੇ ਆ ਕੇ ਦਰਸ਼ਨ ਦੇ ਦਿੱਤੇ। ਇਹ ਮੌਤ ਦਾ ਫਰਿਸ਼ਤਾ ਅਜਰਾਇਲ ਸਾਹਮਣੇ ਆ ਗਿਆ। ਅਨੁਭਵੀ ਪੁਰਸ਼ ਐਸਾ ਕਹਿੰਦੇ ਨੇ ਕਿ ਮੌਤ ਜੀਵਦਿਆਂ ਜੀ ਦਿਖਾਈ ਦੇਣ ਲੱਗ ਪੈਂਦੀ ਹੈ। ਮਰਨਾ ਅਗਰ 2-4 ਦਿਨ ਬਾਅਦ ਹੋਵੇ ਤਾਂ ਮਨ ਪਹਿਲੇ ਹੀ ਮਾਯੂਸ ਹੋ ਜਾਂਦਾ ਹੈ, ਉਦਾਸੀ ਘੇਰ ਲੈਂਦੀ ਹੈ ਔਰ ਉਹ ਸੋਚਦਾ ਹੈ ਲਾਜ਼ਮੀ ਕੋਈ ਵੱਡੀ ਘਟਨਾ ਘਟਣ ਵਾਲੀ ਹੈ, ਮਨ ਤੇ ਬੋਝ ਹੈ। ਕਈਆਂ ਨੂੰ ਐਸਾ ਮਹੀਨਾ 2 ਮਹੀਨਾ ਵੀ ਪ੍ਰਤੀਤ ਹੋਣ ਲੱਗ ਪੈਂਦਾ ਹੈ। ਪਰ ਜੋ ਨਿਰਮਲ ਆਤਮਾ ਨੇ, ਪਵਿੱਤਰ ਆਤਮਾਵਾਂ ਨੇ, ਉਹਨਾਂ ਨੂੰ ਤੇ 6 ਮਹੀਨੇ ਸਾਲ ਮੇਲੇ ਪਹਿਲੇ ਵੀ ਦਿਖਾਈ ਦੇ ਜਾਂਦਾ ਹੈ। 6 ਮਹੀਨੇ ਪਹਿਲੇ, ਸਾਲ ਪਹਿਲੇ ਪਤਾ ਚੱਲ ਜਾਂਦਾ ਹੈ ਕਿ ਰੁਖਸਤ ਹੋ ਜਾਣਾ ਹੈ, ਚਲੇ ਜਾਣਾ ਹੈ। ਇਸੇ ਦਾ ਹੀ ਜ਼ਿਕਰ ਕਰ ਰਹੇ ਨੇ ਬਾਬਾ ਫਰੀਦ। ਅੱਖਾਂ ਦੇ 2 ਦੀਵੇ ਤੇ ਜਲ ਰਹੇ ਸਨ, ਬਲ ਰਹੇ ਸਨ, ਚਾਨਣਾ ਮੌਜੂਦ ਸੀ, ਬਾਹੋਂ ਅੱਖਾਂ ਖੁੱਲੀਆਂ ਸਨ। ਮਲਕ ਬੈਠਾ ਆਏ, ਮੌਤ ਦਾ ਫਰਿਸ਼ਤਾ ਆ ਗਿਆ, ਜਮਦੂਤ ਆ ਗਏ। ਔਰ ਐਸਾ ਵੇਖਿਆ ਗਿਆ, ਕਈਆਂ ਨੂੰ ਇਹ ਦ੍ਰਿਸ਼ ਦਿਖਾਈ ਦਿੰਦੇ ਨੇ, ਪਰ ਦਿੰਦੇ ਨੇ ਅੰਤਿਮ ਸਮੇਂ, ਔਰ ਸਿਰਫ ਉਸੇ ਨੂੰ ਹੀ ਦਿਖਾਈ ਦਿੰਦੇ ਨੇ ਜਿਸ ਤੇ ਘਟਨਾ ਘਟਣ ਵਾਲੀ ਹੁੰਦੀ ਹੈ, ਦੂਸਰੇ ਨੂੰ ਦਿਖਾਈ ਨਹੀਂ ਦਿੰਦੇ। ਇਸ ਵਾਸਤੇ ਮਰਦੇ ਹੋਏ ਮਨੁੱਖ ਨੇ ਅੱਜ ਤੱਕ ਕੋਈ ਇਸ ਤਰ੍ਹਾਂ ਦੇ ਪ੍ਰਤੱਖ ਪ੍ਰਮਾਣ ਮੁਹੱਈਆ ਨਹੀਂ ਕੀਤੇ ਜਿਸ ਤੋਂ ਦੂਸਰਿਆਂ ਨੂੰ ਯਕੀਨ ਹੋ ਜਾਏ ਕਿ ਇਹ ਕੀ ਵੇਖ ਰਿਹਾ ਹੈ ਔਰ ਕਿੱਧਰ ਜਾ ਰਿਹਾ ਹੈ। ਸੰਤ ਜਨ ਅਵਤਾਰੀ ਪੁਰਸ਼ਾਂ ਨੂੰ ਜੋ ਆਪਣੇ ਜੀਵਨ ਦੇ 'ਚ ਇਹ ਸਭ ਕੁਝ ਦਿਖਾਈ ਦੇ ਜਾਂਦਾ ਹੈ, ਉਹ ਆਪਣੇ ਬੋਲਾਂ ਰਾਹੀਂ, ਉਹ ਆਪਣੇ ਬਚਨਾਂ ਰਾਹੀਂ ਜਗਤ ਨੂੰ ਸੰਦੇਸ਼, ਉਪਦੇਸ਼ ਦਿੰਦੇ ਰਹਿੰਦੇ ਨੇ। ਆਪ ਕਹਿੰਦੇ ਨੇ ਅੱਖਾਂ ਦੇ 2 ਦੀਵੇ ਤੇ ਜਲ ਰਹੇ ਸਨ, ਪਰ ਮੌਤ ਦਾ ਫਰਿਸ਼ਤਾ ਆ ਗਿਆ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਆਖਰ ਉਸਨੇ ਕਿਲੇ ਦੇ ਅੰਦਰ ਪ੍ਰਵੇਸ਼ ਕੀਤਾ, ਸਾਰੇ ਪ੍ਰਾਣ ਲੁੱਟ ਲਏ, ਸਾਰੀ ਜੀਵਨ ਸ਼ਕਤੀ ਲੁੱਟ ਲਈ ਤੇ ਅੱਖਾਂ ਦੇ ਦੋਵੇਂ ਦੀਵੇ ਬੁਝਾ ਕੇ ਚਲਾ ਗਿਆ। ਐਸਾ ਤੂਫਾਨ ਜਿਸ ਨੇ ਦੋਵੇਂ ਦੀਵੇ ਬੁਝਾ ਕੇ ਰੱਖ ਦਿੱਤੇ, ਜ਼ਿੰਦਗੀ ਮੌਤ ਦੇ 'ਚ ਬਦਲ ਗਈ। ਫਰੀਦਾ
ਵੇਖ ਕਪਾਏ ਜੇ ਥੀਆ, ਜੇ ਸਿਰ ਥੀਆ ਤਿਲਾਏ। ਕੰਮਾ ਦੇ ਅਰ ਕਾਗ ਦੇ, ਕੁੰਨੇ ਕੋਇ ਲਿਆਏ। ਮੰਦੇ ਅਮਲ ਕਰੇਂਦਿਆਂ, ਇਹ ਸਜਾਏ ਤਿਨਾਏ। ਜਿਨ੍ਹਾਂ ਨੇ ਜੀਵਨ ਦੇ ਕੋਈ ਵੀ ਸ਼ੁਭ ਕਰਮ ਨਹੀਂ ਕੀਤਾ, ਅਸ਼ੁਭ ਹੀ ਕਰਦੇ ਰਹੇ, ਔਰ ਉਹ ਹਰ ਕਰਮ ਅਸ਼ੁਭ ਹੈ ਜਿਸ ਨਾਲ ਦੂਸਰੇ ਨੂੰ ਚੋਟ ਪਹੁੰਚੇ। ਕਿਸੇ ਦੇ ਤਨ ਨੂੰ ਚੋਟ ਪਹੁੰਚੇ, ਕਿਸੇ ਦੇ ਮਨ ਨੂੰ ਚੋਟ ਪਹੁੰਚੇ, ਕਿਸੇ ਦੀ ਅਰਥ ਵਿਵਸਥਾ ਨੂੰ ਚੋਟ ਪਹੁੰਚੇ, ਕਿਸੇ ਦੀ ਇੱਜ਼ਤ ਮਾਣ ਮਰਿਆਦਾ ਅਸਮਤ ਨੂੰ ਚੋਟ ਪਹੁੰਚੇ। ਜਿਸ ਕਰਮ ਤੋਂ ਦੂਸਰੇ ਨੂੰ ਚੋਟ ਪਹੁੰਚੇ, ਇਹ ਮੰਦਾ ਅਮਲ ਹੈ, ਇਹ ਅਸ਼ੁਭ ਕਰਮ ਹੈ। ਔਰ ਮਨੁੱਖ ਕਰੀਬਨ ਹਰ ਵਕਤ ਤਿਆਰ ਹੀ ਹੈ ਦੂਸਰੇ ਨੂੰ ਚੋਟ ਪਹੁੰਚਾਉਣ ਲਈ, ਬਸ ਸਿਰਫ ਇਸ ਨੂੰ ਮੌਕਾ ਮਿਲਣਾ ਚਾਹੀਦਾ ਹੈ। ਇੰਜ ਕਹਿ ਲਓ, ਮਨੁੱਖ ਮੌਕਿਆਂ ਦੀ ਤਲਾਸ਼ ਦੇ 'ਚ ਹੈ, ਔਰ ਜੈਸੇ ਮੌਕਾ ਮਿਲਿਆ ਇਹ ਚੋਟ ਕਰਨੋਂ ਬਾਜ਼ ਨਹੀਂ ਆਉਂਦਾ। ਕੋਈ ਤਨ 'ਤੇ ਚੋਟ ਕਰਦਾ ਹੈ, ਕੋਈ ਮਨ 'ਤੇ ਚੋਟ ਕਰਦਾ ਹੈ, ਕੋਈ ਦੂਜੇ ਦੀ ਅਰਥ ਵਿਵਸਥਾ 'ਤੇ ਚੋਟ ਕਰਦਾ ਹੈ, ਔਰ ਕੋਈ ਕਿਸੇ ਦੀ ਇੱਜ਼ਤ ਅਸਮਤ ਮਾਣ ਮਰਿਆਦਾ 'ਤੇ ਚੋਟ ਕਰ ਦਿੰਦਾ ਹੈ। ਐਸੇ ਜਿਹੜੇ ਮੰਦੇ ਅਮਲ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਕਿਹੜੀ ਸਜ਼ਾ ਮਿਲਦੀ ਹੈ? ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤੇ ਨਾ ਹੈ ਕਿਹੜੀ? ਉਹ ਆਪ ਦੂਸਰੀ ਪੰਕਤੀ ਦੇ 'ਚ ਵਰਣਨ ਕਰਦੇ ਨੇ। 3 ਪੰਕਤੀਆਂ ਦੇ ਸ਼ਲੋਕ। ਦੂਸਰੀ ਹੈ, ਕੰਮਾ ਦੇ ਅਰ ਕਾਗ ਦੇ, ਕੁੰਨੇ ਕੋਇ ਲਿਆਏ। ਆਪਨੇ ਇਹ ਉਦਾਹਰਣ ਦਿੱਤੇ ਨੇ। ਕਮਾਦ, ਜਿਵੇਂ ਗੰਨੇ ਨੂੰ ਵੇਲਣੇ ਦੇ 'ਚ ਪੀਸਦੇ ਨੇ, ਜਿਵੇਂ ਕਾਗਜ਼ ਨੂੰ ਮਲ ਕੇ ਬਣਾਇਆ ਜਾਂਦਾ ਹੈ। ਪੁਰਾਣੇ ਜ਼ਮਾਨੇ 'ਚ ਤਾੜੀ ਦੇ ਦਰਖਤ ਤੋਂ, ਬਾਂਸ ਤੋਂ ਹੱਥਾਂ ਨਾਲ ਬਣਾਇਆ ਜਾਂਦਾ ਸੀ। ਤੋ ਤਾੜੀ ਦਾ ਬੁਰਾਦਾ ਬਣਾਉਣਾ ਔਰ ਇਸ ਤਰ੍ਹਾਂ ਬਾਂਸ ਨੂੰ ਪੀਸਣਾ। ਫਿਰ ਕੁੰਨੇ, ਕੁੰਡੀ, ਜਿਸ ਦੇ 'ਚ ਸਾਗ ਭਾਜੀ ਬਣਾਈ ਦੀ, ਮਿੱਟੀ ਦੀ ਬਣੀ ਹੋਈ, ਅੱਗ 'ਤੇ ਪਈ ਹੈ ਔਰ ਸੜ ਕੇ ਕਾਲੀ ਹੋ ਰਹੀ ਹੈ। ਔਰ ਫਿਰ ਕੋਇਲੇ ਅੱਗ ਦੇ 'ਚ ਪਾ ਕੇ ਰਾਖ ਕੀਤੇ ਜਾ ਰਹੇ ਨੇ। ਇਸ ਤਰ੍ਹਾਂ ਦੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਜੋ ਸਾਰੀ ਜ਼ਿੰਦਗੀ ਮੰਦੇ ਅਮਲਾਂ ਦੇ ਜੋ ਹੈ ਬਤੀਤ ਕਰਦੇ ਨੇ। ਭਾਵ ਜੀਵਨ ਦੇ 'ਚ ਦੁੱਖ ਹੀ ਦੁੱਖ ਬਣਿਆ ਰਹਿੰਦਾ ਹੈ। ਹਰ ਵਕਤ ਉਹ ਤਪੇ ਰਹਿੰਦੇ ਨੇ ਗਮ ਦੇ ਨਾਲ, ਹਰ ਵਕਤ ਉਹ ਵਿਪਤਾ ਦੇ ਵੇਲਣੇ ਦੇ 'ਚ ਫਸੇ ਰਹਿੰਦੇ ਨੇ, ਔਰ ਹਰ ਵਕਤ ਅੱਗ ਦੇ ਉੱਤੇ ਹੀ ਮਾਨੋ ਬੈਠੇ ਨੇ। ਐਸਾ ਉਹਨਾਂ ਨੂੰ ਜੋ ਹੈ ਪ੍ਰਤੀਤ ਹੁੰਦਾ ਹੈ। ਬਾਬਾ ਫਰੀਦ ਕਹਿੰਦੇ ਨੇ, ਇਹ ਤੇ ਸਜ਼ਾਵਾਂ ਨੇ, ਮਨੁੱਖ ਕਰਮਾਂ ਅਨੁਸਾਰ ਭੋਗਦਾ ਰਹਿੰਦਾ ਹੈ। ਔਰ ਇਸ ਤੋਂ ਸਿੱਖਿਆ ਕੀ ਲੈਣੀ ਹੈ? ਕੋਈ ਐਸਾ ਕਰਮ ਨਾ ਕਰੀਏ ਕਿ ਕਾਗਜ਼ ਦੀ ਤਰ੍ਹਾਂ, ਕਮਾਦ ਦੀ ਤਰ੍ਹਾਂ ਤੇ ਕੁੰਨੀ ਦੀ ਤਰ੍ਹਾਂ ਜਲਣਾ ਪਵੇ, ਸੜਨਾ ਪਵੇ ਜਾਂ ਪੀੜੇ ਜਾਈਏ। ਬਾਬਾ ਫਰੀਦ ਅੱਗੇ ਚੱਲ ਕੇ ਆਪਣੀ ਹਾਲਤ ਇੰਜ ਬਿਆਨ ਕਰਦੇ ਨੇ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਕਈ ਮਨੁੱਖਾਂ ਕੋਲ ਧਾਰਮਿਕ ਲਿਬਾਸ ਤੇ ਹੁੰਦਾ ਹੈ, ਧਾਰਮਿਕ ਜੀਵਨ ਨਹੀਂ ਆਉਂਦਾ। ਧਰਮ ਦਾ ਸ਼ਿੰਗਾਰ ਤੇ ਹੁੰਦਾ ਹੈ, ਧਰਮ ਨਹੀਂ ਆਉਂਦਾ। ਅਗਰ ਧਰਮ ਨਹੀਂ ਹੈ ਤੇ ਸ਼ਿੰਗਾਰ ਹੈ, ਇਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਮ ਬਿਨਾ ਜੇ ਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿੰਗਾਰ। ਅਗਰ ਮੁਰਦੇ ਨੂੰ ਸ਼ਿੰਗਾਰ ਦਈਏ, ਸੋਹਣੇ ਗਹਿਣੇ ਪਵਾ ਦਈਏ, ਸੁੰਦਰ ਬਸਤਰ ਪਹਿਨਾ ਦਈਏ, ਸੁਗੰਧੀਆਂ ਉਸਦੇ ਸਾਰੇ ਤਨ ਤੇ ਲਾ ਦਈਏ, ਤਾਂ ਸਾਰੀ ਮਿਹਨਤ ਅਕਾਰਤ, ਵਿਅਰਥ। ਇਹ ਸੁਗੰਧੀ,
ਇਹ ਸ਼ਿੰਗਾਰ, ਇਹ ਸੁਹੱਪਣ ਉਸ ਦੀ ਬਦਬੋ, ਉਸ ਦੀ ਕਰੂਪਤਾ ਨੂੰ, ਉਸ ਦੀ ਮੁਰਦਮੀ ਨੂੰ ਛੁਪਾ ਨਹੀਂ ਸਕੇਗਾ। ਘੜੀ ਦੋ ਘੜੀ ਬਾਅਦ ਇਸ ਕਾਇਆ ਨੇ ਕੁਮਲਾਣਾ ਹੈ। दिन दो दिन बाद इस काया दे चो बदबो निकलेगी, चाहे कितनी सुगंध ला दी है। तो धर्म दा लिबास है, धर्म नहीं है, तो इस लिबास दे चों अधर्म बाहर आ जाता है। बड़े बड़े धार्मिक लिबासां दे अधर्म लिपटिया होया देखिया जाता है। इसे दा ही जिक्र कर रहे ने बाबा फरीद। कन्न मुसल्ला, बगल दे मुसल्ला है, और गल दे सूफ है। सूफ उन्नू कहते ने। और इन्हां कपड़ियां नू पहनण वाले 12 महीने गर्म कपड़े पहनने, उन दे कपड़े पहनने, उन्हां नू आखिया जांदा सी सूफी। तो तेड़ गल दे सूफ धारण कीती हुई है, उन दे कपड़े पहने हुए ने, बगल दे मुसल्ला है, और जबान दे उत्ते मिठे बोल भी ने, खुदा दे बोल भी ने, कुरान दी तलावत भी है, इबादत दे बोल भी ने। पर जबान बड़ी मिठी, लिबास बड़ा धार्मिक, पर दिल काती, दिल ते छुरी दी तरह है। इस दे अंदर ते जो कुछ चल रहा है वो तो एक छुरी है, बस कोई सामने आना चाहिए, ये जबा करके रख देगा, ये वड के रख देगा। ये गल वखरी है कि दिल काती गुड़वात, वात कहते हैं मूँह नूं, बस मूँह दे च गुड़ है, दिल दे च ते काती है। बाहर दिसे चानना, दिल अंधेरी रात। एक प्रकाश बाहर दिखाई दे रहा है, ये चानना बाहर दिखाई दे रहा है, अंदर ते अंधकार ही अंधकार है, हनेरा ही हनेरा है। अगर बाहर चानना है तो बाहर दियां ठोकरां ते मिट गईयां, पर जे मन दे तल ते अंधकार है तो मन ते सारियां ठोकरां दे च रहेगा। और अक्सर मन दे तल ते अंधेरा ही रहिंदा है। मन रे संसार अंध गहेरा, चौदिस पछरियो है जम जेवरा। अज्ञानता मन दा अंधकार है, प्रभु ज्ञान प्रभु चिंतन मन दा चानना है। अक्सर हिरदे इस तरह के चानने तो वांझे ने, और दिल दी दुनिया च बहुत अंधेरा है, बहुत अंधेरा है। उसे दा ही महान संत बाबा फरीद जिक्र कर रहे हैं। फरीदा रत्ती रत ना निकले, जे तन चीरे कोए। जो तन रते रब स्यों, तिन तन रत ना होए। रत कहते ने लहू नूं, रत कहने ने प्यार नूं। भी फलाने नाल रत हो गई है, प्यार हो गया है। और पंजाबी दे लहिंदी पंजाबी दे रत दा मतलब है लहू, खून। बाबा फरीद कहते ने रत्ती रत ना निकले, जे तन चीरे कोहे। रत्ती एक फल आउंदा एक दरखत दा, अक्सर इन्हां रत्तियां नाल सोने नूं तोलिया जांदा है। रत्ती लाल रंग दी आउंदी है रत्ती, पर रत्ती दे अर्थ रंगी हुई, प्यार विच लीन। तो आप कहते रत्ती जिन्नी भी रत उन्हां दे अंदरों नहीं निकलती, जो परमात्मा दी रत दे च रते हुए ने, परमात्मा दे नाम दे जो रंगे हुए ने, उन्हां दे अंदरों रत्ती जितनी भी रत लहू नहीं निकलता। जो तन रते रब स्यों, तिन तन रत ना होए। रमज दे बाबा फरीद ये सब कुछ कह गए ने, पर जे हुण सीधे अर्थ करिए ते रमज दी समझ ना आवे, वो जो इस दे छुपा के बयान कर रहे ने,
ਉਹ ਉਘੇੜਨ ਦੀ ਜਾਚ ਨਾ ਆਵੇ ਤਾਂ ਕਈ ਦਫਾ ਅਰਥ ਅਨਰਥਾਂ ਦਾ ਰੂਪ ਧਾਰਨ ਕਰ ਲੈਂਦੇ ਨੇ। ਇਸ ਵਾਸਤੇ ਇਸ ਸ਼ਲੋਕ ਦੇ ਸਹੀ ਅਰਥ ਹੋ ਸਕਣ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣਾ ਨਾਲ ਸ਼ਲੋਕ ਜੋੜ ਕੇ ਬਾਬੇ ਫਰੀਦ ਦੇ ਇਸ ਸ਼ਲੋਕ ਦੀ ਰਮਜ਼ ਨੂੰ ਸਰੋਤਿਆਂ ਦੇ ਸਾਹਮਣੇ, ਸੰਗਤਾਂ ਦੇ ਸਾਹਮਣੇ ਰੱਖਦੇ ਨੇ, ਤਾਂ ਕਿ ਜਗਤ ਨੂੰ ਪਤਾ ਚੱਲ ਸਕੇ ਕਿ ਬਾਬਾ ਜੀ ਇਹ ਕਹਿ ਰਹੇ ਨੇ, ਬਾਬਾ ਜੀ ਦਾ ਇਹ ਸੰਦੇਸ਼ ਹੈ। ਮਹੱਲਾ ਤੀਜਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸੈ ਰਤੇ ਆਪਣੇ, ਤਿਨ ਤਨ ਲੋਭ ਰਤ ਨਾ ਹੋਏ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਐ ਫਰੀਦ, ਇਹ ਤਨ ਸਭ ਕੁਛ ਲਹੂ ਹੀ ਹੈ, ਜੀਵਨ ਲਹੂ ਹੀ ਹੈ। ਔਰ ਲਹੂ ਤੋਂ ਬਿਨਾ, ਖੂਨ ਤੋਂ ਬਿਨਾ, ਰਤ ਤੋਂ ਬਿਨਾ ਇਹ ਤਨ ਹੋ ਹੀ ਨਹੀਂ ਸਕਦਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਪਰ ਹਾਂ, ਇੱਕ ਰਤ ਰਤਿਆਂ ਹੋਇਆਂ ਦੇ 'ਚ ਨਹੀਂ ਆਉਂਦੀ। ਦਰਅਸਲ ਕਹੇ ਤੇ ਉਹੀ ਰਹੇ ਨੇ ਬਾਬਾ ਫਰੀਦ ਵੀ, ਪਰ ਰਮਜ਼ ਦੇ 'ਚ ਕਹੇ ਗਏ ਨੇ। ਖੋਲ੍ਹਦੇ ਨੇ ਉਸ ਨੂੰ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਜੋ ਸਹਿ ਰਤੇ ਆਪਣੇ, ਤਿਨ ਤਨ ਲੋਭ ਰਤ ਨਾ ਹੋਏ। ਜੋ ਪ੍ਰਮਾਤਮਾ ਦੇ ਰੰਗ ਦੇ 'ਚ ਰੰਗੇ ਹੋਏ ਆਉਂਦੇ ਨੇ, ਉਹਨਾਂ ਦੇ ਅੰਦਰ ਲੋਭ ਦਾ ਰੰਗ ਨਹੀਂ ਆਉਂਦਾ। ਲੋਭ ਤੇ ਸੰਤੋਖ ਦੇ 'ਚ ਇਤਨਾ ਹੀ ਫਰਕ ਹੈ। ਲੋਭੀ ਕਦੀ ਸੰਤੁਸ਼ਟ ਨਹੀਂ ਆਉਂਦਾ, ਔਰ ਸੰਤੁਸ਼ਟ ਕਤਈ ਲੋਭੀ ਨਹੀਂ ਆਉਂਦਾ। ਧਰਮ ਦਾ ਜਨਮ ਵੀ ਸੰਤੁਸ਼ਟੀ ਤੋਂ ਹੀ ਆਉਂਦਾ ਹੈ, ਔਰ ਸਾਰੇ ਦਾ ਸਾਰਾ ਅਧਰਮ ਅਸੰਤੁਸ਼ਟੀ ਤੇ ਖੜਾ ਰਹਿੰਦਾ ਹੈ। ਪਰਿਵਾਰ ਤੋਂ ਅਸੰਤੁਸ਼ਟ, ਵਿਵਹਾਰ ਤੋਂ ਅਸੰਤੁਸ਼ਟ, ਪਦਾਰਥਾਂ ਤੋਂ ਅਸੰਤੁਸ਼ਟ, ਆਪਣੇ ਜੀਵਨ ਤੋਂ ਅਸੰਤੁਸ਼ਟ, ਕਦਮ ਕਦਮ ਦੇ ਉੱਤੇ ਇਹ ਅਸੰਤੁਸ਼ਟੀ ਹੀ ਨਰਕ ਬਣਾ ਦਿੰਦੀ ਹੈ। ਔਰ ਅੰਦਰ ਲੈਣ ਦੀ ਭਾਵਨਾ ਬੜੀ ਪ੍ਰਬਲ ਹੋ ਜਾਂਦੀ ਹੈ। ਦੂਸਰਿਆਂ ਕੋਲ ਲੈਣਾ ਹੈ, ਪਰਿਵਾਰ ਕੋਲ ਲੈਣਾ ਹੈ, ਸੰਸਾਰ ਦੇ ਕੋਲੋਂ ਲੈਣਾ ਹੈ, ਨਿਰੰਕਾਰ ਕੋਲ ਲੈਣਾ ਹੈ, ਸੁਖ ਲੈਣਾ ਹੈ, ਸ਼ਾਂਤੀ ਲੈਣੀ ਹੈ, ਮਾਨ ਲੈਣਾ ਹੈ, ਸਨਮਾਨ ਲੈਣਾ ਹੈ, ਧਨ ਲੈਣਾ ਹੈ, ਪਦਾਰਥ ਲੈਣੇ ਨੇ। ਹਰ ਵਕਤ ਲੈਣ ਦੀ ਇਹ ਬਿਰਤੀ ਲੋਭ ਨੂੰ ਜਨਮ ਦੇ ਦਿੰਦੀ ਹੈ। ਇਹੀ ਲੋਭ ਸਮਾਂ ਪਾ ਕੇ ਪਾਪ ਬਣ ਜਾਂਦਾ ਹੈ। ਜਦ ਮਿਲਿਆ ਨਹੀਂ, ਲੈਣ ਦੀ ਅੰਦਰ ਬਿਰਤੀ ਹੈ, ਮਿਲਿਆ ਨਹੀਂ ਤਾਂ ਅੰਦਰ ਖੋਣ ਦੀ ਬੰਦਾ ਸੋਚਣ ਲੱਗ ਪੈਂਦਾ ਹੈ। ਔਰ ਜੈਸੇ ਖੋਣ ਦੀ ਸੋਚਦਾ ਹੈ ਪਾਪ, ਔਰ ਜਦ ਖੋ ਲੈਂਦਾ ਹੈ ਤਾਂ ਇਹੀ ਪਾਪ ਅਪਰਾਧ ਬਣ ਜਾਂਦਾ ਹੈ। ਲੋਭੀ ਪਾਪੀ ਹੋਵੇਗਾ, ਔਰ ਅਕਸਰ ਪਾਪ ਅਪਰਾਧ ਦੇ 'ਚ ਬਦਲ ਜਾਂਦੇ ਨੇ। ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਸਮਝਾ ਰਹੇ ਨੇ ਕਿ ਜੋ ਰੱਬ ਦੇ ਰੰਗ ਦੇ 'ਚ ਰਤੇ ਹੋਏ ਨੇ, ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਆਉਂਦੀ, ਪਾਪ ਦੀ ਰਤ ਨਹੀਂ ਆਉਂਦੀ, ਅਪਰਾਧ ਦੀ ਰਤ ਨਹੀਂ ਆਉਂਦੀ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਪਰਮਾਤਮਾ ਦਾ ਭੈ ਇੱਕ ਐਸੀ ਅਗਨੀ ਹੈ, ਇਸ ਅਗਨੀ ਕਰਕੇ
ਉਹਨਾਂ ਦੇ ਤਨ ਵਿੱਚ ਲੋਭ ਦੀ ਰਤ ਸੁੱਕ ਜਾਂਦੀ ਹੈ। ਸਾਰਾ ਲੋਭ ਸੁੱਕ ਜਾਂਦਾ ਹੈ। ਜਿਉਂ ਬੈਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜੈਸੇ ਅਗਨੀ ਸੋਨੇ ਨੂੰ ਸ਼ੁੱਧ ਕਰ ਦਿੰਦੀ ਹੈ, ਇਸ ਤਰ੍ਹਾਂ ਈਸ਼ਵਰੀ ਭੈ ਮਨੁੱਖ ਦੇ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਸਾਰੇ ਦੁਰਮਤੀ, ਸਾਰੇ ਗਲਤ ਵਿਚਾਰ ਉਸ ਦੇ ਅੰਦਰੋਂ ਨਿਕਲ ਜਾਂਦੇ ਨੇ ਔਰ ਉਹਨਾਂ ਦੇ ਮੱਥੇ ਸੋਹਣੇ ਹੋ ਜਾਂਦੇ ਨੇ। ਉਹਨਾਂ ਦੀ ਜੀਵਨ ਸ਼ੈਲੀ ਕਾਬਲੇ ਦੀਦ ਹੋ ਜਾਂਦੀ ਹੈ। ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਜਿਹੜੇ ਹਰੀ ਦੇ ਰੰਗ ਦੇ 'ਚ ਰੱਤੇ ਹੋਏ ਨੇ, ਸੋਹਣੇ ਨੇ, ਇਸ ਲੋਕ ਦੇ 'ਚ ਵੀ ਸੁਰਖਰੂ ਨੇ, ਪਰਲੋਕ ਦੇ 'ਚ ਵੀ ਸੁਰਖਰੂ ਨੇ। ਬਾਬਾ ਫਰੀਦ ਅਗਲੇ ਸਲੋਕ ਦੇ 'ਚ ਇੱਕ ਬੜੀ ਮਹਾਨ ਵਿਚਾਰ ਮਨੁੱਖਤਾ ਦੀ ਝੋਲੀ ਦੇ 'ਚ ਪਾਉਂਦੇ ਨੇ। ਫਰੀਦਾ ਸੋਈ ਸਰਵਰ ਢੂੰਡ ਲੋ, ਜਿੱਥੋਂ ਲੱਭੀ ਵਥ। ਛੱਪੜ ਢੂੰਡੇ ਕਿਆ ਥੀਏ, ਚਿੱਕੜ ਡੂਬੇ ਹੱਥ। ਛੱਪੜ ਡੂਬੇ ਕਿਆ ਹੋਵੇ, ਚਿੱਕੜ ਡੂਬੇ ਹੱਥ। ਭਗਤ ਕਬੀਰ ਨੇ ਵੀ ਆਪਣੇ ਸਲੋਕ ਦੇ 'ਚ ਐਸਾ ਕਿਹਾ, ਕਬੀਰ ਸਮੁੰਦ ਨਾ ਛੋੜੀਏ, ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੂੰਢਤੇ, ਭਲੋ ਨ ਕਹੇ ਕੋਏ। ਅਗਰ ਕੋਈ ਮੋਤੀ ਛੋਟੇ ਛੋਟੇ ਛੱਪੜਾਂ ਦੇ 'ਚ ਲੱਭਦਾ ਫਿਰਦਾ ਹੈ, ਤਾਂ ਹਰ ਇੱਕ ਨੇ ਕਹਿਣਾ ਹੈ ਮੂੜ ਹੈ, ਮੂਰਖ ਹੈ। ਛੱਪੜਾਂ ਦੇ 'ਚੋਂ ਮੋਤੀ ਲੱਭਦੇ ਨੇ, ਮੋਤੀ ਤੇ ਸਾਗਰ ਦੇ 'ਚੋਂ ਲੱਭਣਗੇ, ਮਹਾਨ ਸਾਗਰ ਦੇ 'ਚੋਂ ਲੱਭਣਗੇ, ਗਹਿਰੇ ਤਲ ਦੇ 'ਚੋਂ ਜੋ ਹੈ ਲੱਭਣਗੇ। ਤੋ ਬਾਬਾ ਫਰੀਦ ਆਪਣੇ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਕਹਿ ਰਹੇ ਨੇ, ਫਰੀਦਾ ਸੋਈ ਸਰਵਰ ਢੂੰਡ ਲੋ, ਉਹ ਸਾਗਰ ਲੱਭ ਲੈ, ਉਸ ਸਮੁੰਦਰ ਦੀ ਤਲਾਸ਼ ਕਰ ਜਿੱਥੋਂ ਤੈਨੂੰ ਨਾਮ ਦੀ ਵਤ, ਜਿੱਥੋਂ ਤੈਨੂੰ ਇਹ ਸੁੱਚਾ ਮੋਤੀ ਲੱਭ ਸਕਦਾ ਹੈ। ਭਾਵ ਸਤਸੰਗ ਦੀ ਤਲਾਸ਼ ਕਰ, ਪ੍ਰਭੂ ਦਾ ਜਿੱਥੇ ਚਿੰਤਨ ਹੋਵੇ ਔਰ ਚਿੰਤਨ ਕਰਨ ਵਾਲਿਆਂ ਦਾ ਇਕੱਠ ਹੋਵੇ, ਪ੍ਰਭੂ ਨੂੰ ਯਾਦ ਕਰਨ ਵਾਲਿਆਂ ਦਾ ਜੋ ਇਕੱਠ ਹੈ, ਇਹ ਇੱਕ ਐਸਾ ਸਾਗਰ ਹੈ ਜਿੱਥੋਂ ਨਾਮ ਦਾ ਮੋਤੀ ਲੱਭ ਸਕਦਾ ਹੈ। ਨਾਮ ਜਪਣ ਦੀ ਪ੍ਰੇਰਨਾ ਦਰਅਸਲ ਸਤਸੰਗ ਦੇ ਸਰੋਵਰ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਔਰ ਇਹ ਪ੍ਰੇਰਨਾ ਹੀ ਨਾਮ ਦੀ ਪ੍ਰਾਪਤੀ ਕਰਾ ਦਿੰਦੀ ਹੈ। ਮਨੁੱਖ ਦੇ ਅੰਦਰ ਉਦਮ ਪੈਦਾ ਹੋ ਜਾਂਦਾ ਹੈ। ਪਰ ਛੱਪੜੀਆਂ ਦੇ 'ਚ, ਛੋਟੇ ਛੋਟੇ ਪੋਖਰਾਂ ਦੇ 'ਚ ਅਗਰ ਕੋਈ ਨਾਮ ਦਾ ਮੋਤੀ ਲੱਭੇ, ਭਾਵ ਇੱਕ ਈਸ਼ਵਰੀ ਸਤਸੰਗ, ਇੱਕ ਈਸ਼ਵਰੀ ਚਿੰਤਨ ਕਰਨ ਵਾਲਿਆਂ ਤੋਂ ਇਲਾਵਾ ਮਨੋ ਕਾਮਨਾਵਾਂ ਨੂੰ ਮੁੱਖ ਰੱਖ ਕੇ ਜੋ ਕਦੀ ਕਿਧਰੇ ਤੇ ਕਦੀ ਕਿਧਰੇ ਸਾਧਨਾ ਪਏ ਕਰਦੇ ਨੇ, ਬਾਬਾ ਫਰੀਦ ਕਹਿੰਦੇ ਉਹਨਾਂ ਨੂੰ ਤੇ ਕੋਈ ਚੰਗਾ ਨਹੀਂ ਕਹਿ ਸਕਦਾ। ਠੀਕ ਹੈ, ਪਾਣੀ ਉਹਨਾਂ ਕੋਲ ਵੀ ਹੋਵੇਗਾ, ਇਹ ਦੇਵੀ ਦੇਵਤੇ ਵੀ ਪਿਆਸ ਬੁਝਾ ਦਿੰਦੇ ਹੋਣਗੇ, ਪਰ ਹਨ ਇਹ ਛੱਪੜ, ਇੱਥੋਂ ਸੁੱਚਾ ਨਾਮ ਦਾ ਮੋਤੀ ਨਹੀਂ ਲੱਭ ਸਕਦਾ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਇੱਕ ਖੁਦਾਈ ਸਰੋਵਰ ਲੱਭ ਲੈ, ਇਹ ਖੁਦਾ ਰੂਪ ਸਾਗਰ ਨੂੰ ਲੱਭ, ਬਾਕੀ ਸਭ ਛੱਡ ਦੇ। ਛੱਪੜਾਂ ਦੇ 'ਚ ਮੋਤੀ ਨਹੀਂ ਲੱਭਦੇ, ਸਾਗਰਾਂ ਦੇ 'ਚ ਹੀ ਮੋਤੀ ਲੱਭਦੇ ਨੇ। ਪਰਮਾਤਮਾ ਕੋਲੋਂ ਹੀ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਬਾਕੀ ਥਾਵਾਂ 'ਤੇ ਸਿਰਫ ਵਕਤੀ ਤੌਰ 'ਤੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ, ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੋ ਬੜੇ ਸੁੰਦਰ ਉਦਾਹਰਣ ਦੇ ਕੇ ਬਾਬਾ ਫਰੀਦ ਜੀ ਸਮਝਾ ਰਹੇ ਨੇ। ਫਰੀਦਾ ਨੰਡੀ ਕੰਤ ਨਾ ਰਾਵਿਓ, ਵੱਡੀ ਥੀ ਮੁਆਸ। ਧਨ ਕੂ ਕਹਿੰਦੀ ਗੁਰ ਮੈਂ, ਤੈਸੇ ਨਾ ਮਿਲਿਆ ਸੇ।
ਛੋਟੀ ਉਮਰ ਸੀ, ਬਾਲੀ ਉਮਰ ਸੀ, ਪ੍ਰਭੂ ਦਾ ਚਿੰਤਨ ਨਹੀਂ ਕੀਤਾ। ਬਚਪਨਾ ਜਵਾਨੀ ਖੇਡਾਂ ਵਿੱਚ, ਵਿਕਾਰਾਂ ਵਿੱਚ ਬਤੀਤ ਹੋਈ। ਵੱਡੀ ਥੀ ਮੁਹੱਈਆਸ, ਬੁੱਢਾ ਹੋ ਗਿਆ, ਔਰ ਬੁੱਢਾ ਹੋ ਕੇ ਇੱਕ ਦਿਨ ਮਰ ਗਿਆ। ਧਨ ਕੋ ਕਹਿੰਦੀ ਗੌਰ ਮੈਂ ਤੈਸੇ ਨਾ ਮਿਲਿਆਸ। ਇਹ ਜੀਵ ਰੂਪੀ ਇਸਤਰੀ ਕਬਰ ਦੇ 'ਚ ਪਈ ਕੂਕ ਰਹੀ ਹੈ, ਪੁਕਾਰ ਰਹੀ ਹੈ, ਪਰਮਾਤਮਾ ਦਾ ਮਿਲਾਪ ਤੇ ਹੋਇਆ ਨਾ। ਬਚਪਨਾ ਅਜਾਈਂ ਚਲਾ ਗਿਆ, ਜਵਾਨੀ ਅਕਾਰਤ ਚਲੀ ਗਈ, ਬੁਢੇਪਾ ਫਿਜ਼ੂਲ ਚਲਾ ਗਿਆ, ਔਰ ਸਰੀਰ ਕਬਰ ਦੇ 'ਚ ਆ ਗਿਆ। ਪ੍ਰਭੂ ਦਾ ਮਿਲਾਪ ਤੇ ਹੋਇਆ ਨਹੀਂ। ਕਬਰ ਤੱਕ ਪਹੁੰਚ ਗਿਆ, ਪਰ ਮਨ ਖੁਦਾ ਤੱਕ ਤੇ ਪਹੁੰਚਿਆ ਨਹੀਂ। ਜੀਵਨ ਦੀ ਸਫਲਤਾ ਇਸ ਦੇ 'ਚ ਹੈ ਕਿ ਤਨ ਜਦ ਸ਼ਮਸ਼ਾਨ ਘਾਟ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਤਾਂ ਕਹਿੰਦੇ ਨੇ ਜੀਵਨ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਤਨ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚ ਜਾਏ ਤਾਂ ਜ਼ਿੰਦਗੀ ਸਫਲ, ਜੀਵਨ ਸਫਲ। ਤਨ ਕਬਰ ਤੱਕ ਪਹੁੰਚ ਗਿਆ, ਰੂਹ ਖੁਦਾ ਤੱਕ ਪਹੁੰਚੀ ਨਹੀਂ ਤਾਂ ਇਸਲਾਮੀ ਖਿਆਲ ਕਿ ਰੂਹਾਂ ਕਬਰ ਦੇ 'ਚ ਪਈਆਂ ਰਹਿੰਦੀਆਂ ਨੇ। ਤਾਂ ਆਪ ਕਹਿ ਰਹੇ ਨੇ ਇਹ ਕਬਰ ਦੇ 'ਚ ਪਈ ਜਿੰਦ ਨਿਮਾਣੀ ਇਹ ਰੂਹ ਕੂਕ ਰਹੀ ਹੈ, ਪੁਕਾਰ ਰਹੀ ਹੈ, ਹੇ ਖੁਦਾ ਤੇਰਾ ਮਿਲਾਪ ਤੇ ਹੋਇਆ ਨਾ। ਔਰ ਮਿਲਾਪ ਤੋਂ ਬਿਨਾਂ ਮੈਂ ਕਬਰ ਦੇ 'ਚ ਆ ਗਈ, ਤੇਰਾ ਮਿਲਣਾ ਤੇ ਨਸੀਬ ਹੋਇਆ ਨਹੀਂ। ਤਨ ਨੇ ਕਬਰ ਤੱਕ ਆਉਣਾ ਸੀ, ਮੈਂ ਤੇਰੇ ਘਰ ਪਹੁੰਚਣਾ ਸੀ, ਪਰ ਤਨ ਦੇ ਨਾਲ ਮੈਂ ਵੀ ਕਬਰ ਦੇ 'ਚ ਆ ਗਿਆ। ਤੇਰੇ ਘਰ ਤੱਕ ਪਹੁੰਚਣਾ ਨਹੀਂ ਹੋਇਆ। ਜ਼ਿੰਦਗੀ ਅਜਾਈਂ ਚਲੀ ਗਈ, ਵਿਅਰਥ ਚਲੀ ਗਈ। ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਰੇ, ਮਾਣੇ ਕਿਆ ਰਲੀਆਂ। ਦੇਖ ਤੇ ਸਹੀ, ਸਿਰ ਦੇ ਕੇਸ ਚਿੱਟੇ ਹੋ ਗਏ ਨੇ, ਦਾੜਾ ਵੀ ਚਿੱਟਾ ਹੋ ਗਿਆ, ਔਰ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਨੇ। ਬੁਢੇਪੇ ਨੇ ਜਿਸਮ ਦੇ ਉੱਤੇ ਆਪਣੀ ਮੌਰ ਲਾ ਦਿੱਤੀ ਹੈ, ਆਪਣੀ ਛਾਪ ਲਾ ਦਿੱਤੀ ਹੈ, ਪਰ ਤੂੰ ਅਜੇ ਵੀ ਜਵਾਨੀ ਦੇ ਰੰਗ ਤਮਾਸ਼ੇ ਲੱਭ ਰਿਹਾ, ਤੂੰ ਅਜੇ ਵੀ ਬਚਪਨ ਦੀਆਂ ਖੇਡਾਂ ਲੱਭ ਰਿਹਾ, ਜਦ ਕਿ ਬੁਢੇਪੇ ਨੇ ਤੇਰੇ ਜਿਸਮ ਦੇ ਉੱਤੇ ਆਪਣੀ ਮੋਹਰ ਲਾ ਦਿੱਤੀ ਹੈ। ਦਰਅਸਲ ਕੇਸ ਚਿੱਟੇ ਹੋ ਜਾਣ ਤੇ ਬੁਢੇਪਾ ਦਸਤਕ ਦੇ ਦੇਵੇ ਤੇ ਫਿਰ ਵੀ ਕਿਸੇ ਦੇ ਅੰਦਰ ਪ੍ਰਭੂ ਪਿਆਰ ਨਹੀਂ ਪੈਦਾ ਹੋਇਆ, ਸਤਸੰਗ ਦੀ ਤੜਪ ਨਹੀਂ ਪੈਦਾ ਹੋਈ, ਤੇ ਬਹੁਤ ਮੋਟੀ ਅਕਲ ਦਾ ਹੀ ਮਨੁੱਖ ਹੋ ਸਕਦਾ ਹੈ, ਬਹੁਤ ਮੂੜਮਤੀਆ ਹੀ ਹੋ ਸਕਦਾ ਹੈ। ਸਮਝਾ ਰਹੇ ਨੇ, ਸੁਚੇਤ ਕਰ ਰਹੇ ਨੇ ਬਾਬਾ ਫਰੀਦ। ਫਰੀਦਾ ਕੋਠੇ ਦੁਖਣ ਕੇਤੜਾ, ਪਿਰ ਨੀਂਦੜੀ ਨਿਵਾਰ, ਜੋ ਦੇ ਲੱਦੇ ਗਾਣਵੇ, ਗਏ ਵਿਲਾੜ ਵਿਲਾੜ। ਦਿਨ ਥੋੜੇ ਹੀ ਨੇ, ਇਹਨਾਂ ਨੂੰ ਵਿਲਚਾ ਕੇ ਨਾ ਗਵਾ, ਵਿਲਾ ਵਿਲਾ ਕੇ, ਝੂਠੀਆਂ ਤਸੱਲੀਆਂ ਦੇ ਕੇ ਇਹਨਾਂ ਦਿਨਾਂ ਨੂੰ ਬਤੀਤ ਨਾ ਕਰ। ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ ਹੈ, ਔਰ ਮਨੁੱਖ ਕੋਠੇ ਦੇ ਉੱਪਰ ਕੋਈ ਬਹੁਤ ਲੰਬੀ ਦੌੜ ਨਹੀਂ ਦੌੜ ਸਕਦਾ। ਮਕਾਨ ਦੀ ਛੱਤ ਹੈ, ਉਸ ਦੇ ਉੱਤੇ ਮਨੁੱਖ ਕਿਤਨਾ ਕੁ ਦੌੜੇਗਾ। ਜਿਤਨੀ ਕੁ ਦੌੜ ਮਕਾਨ ਦੀ ਛੱਤ ਦੀ ਹੋ ਸਕਦੀ ਹੈ, ਉਤਨੀ ਹੀ ਇਹ ਜ਼ਿੰਦਗੀ ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਲੇਕਿਨ ਮਨੁੱਖ ਐਸਾ ਸੋਚਦਾ ਮੈਂ ਦੌੜਦਾ ਹੀ ਰਵਾਂਗਾ, ਦੌੜਦਾ ਹੀ ਰਵਾਂਗਾ,
ਜ਼ਮੀਨ ਮੁੱਕੇਗੀ ਨਹੀਂ, ਠੀਕ ਹੈ, ਜ਼ਮੀਨ ਬਹੁਤ ਵੱਡੀ ਹੋਵੇਗੀ, ਪਰ ਤੇਰਾ ਜੀਵਨ ਤੇ ਨਹੀਂ ਹੈ ਜਿਵੇਂ ਕੋਠੇ ਦੀ ਛੱਤ, ਜਿਵੇਂ ਮਕਾਨ ਦੀ ਛੱਤ। ਔਰ ਇਸ ਦੇ ਉੱਤੇ ਕਿਤਨਾ ਕੁ ਦੌੜੇਗਾ। ਫਰੀਦਾ ਕੋਠੇ ਦੁੱਖਣ ਕੇਤੜਾ, ਕੋਠੇ ਦੇ ਉੱਪਰ ਕਿਤਨੀ ਭੱਜ ਦੌੜ ਹੋ ਸਕਦੀ ਹੈ, ਕਿਤਨੀ ਲੰਬਾਈ ਤੂੰ ਤੈਅ ਕਰ ਲਵੇਂਗਾ, ਆਖਿਰ ਮੁੱਕੇਗੀ। ਤੋ ਸੁਚੇਤੋ ਫਿਰ ਨੀਂਦੜੀ ਨਿਵਾਰ, ਅਚੇਤਪਣੇ ਦਾ ਤਿਆਗ ਕਰ ਔਰ ਪ੍ਰਭੂ ਦਾ ਚਿੰਤਨ ਕਰ। ਇਹ ਜਿਹੜੇ ਥੋੜ੍ਹੇ ਦਿਨ ਤੈਨੂੰ ਲੱਭੇ ਨੇ, ਇਹਨਾਂ ਦਿਨਾਂ ਨੂੰ, ਸਮੇਂ ਨੂੰ ਝੂਠੀ ਤਸੱਲੀ ਦੇ ਕੇ ਨਾ ਗਵਾ। ਅਕਸਰ ਮਨੁੱਖ ਸੁਪਨਿਆਂ ਦੇ 'ਚ ਹੀ ਰਹਿੰਦਾ ਹੈ ਔਰ ਜ਼ਿੰਦਗੀ ਨੂੰ ਝੂਠੀ ਤਸੱਲੀ ਦੇ ਕੇ ਸਮਾਂ ਪਾਸ ਕਰੀ ਜਾ ਰਿਹਾ ਹੈ, ਵਕਤ ਪਾਸ ਕਰੀ ਜਾ ਰਹੀ ਹੈ। ਔਰ ਇਸ ਤਰ੍ਹਾਂ ਇੱਕ ਦਿਨ ਸਰੀਰ ਕੋਠੇ ਤੋਂ ਥੱਲੇ ਆਣ ਪੈਂਦਾ ਹੈ, ਜ਼ਿੰਦਗੀ ਮੁੱਕ ਜਾਂਦੀ ਹੈ, ਮੰਜ਼ਿਲ ਨਸੀਬ ਨਹੀਂ ਆਉਂਦੀ, ਜੀਵਨ ਦਾ ਜੋ ਮੁੱਦਾ ਸੀ ਉਸ ਦੀ ਪ੍ਰਾਪਤੀ ਨਹੀਂ ਆਉਂਦੀ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨ ਲਾਈ ਚਿੱਤ, ਮਿੱਟੀ ਪਈ ਅਤੋਲਵੀਂ, ਕੋਇ ਨ ਹੋਸੀ ਮਿੱਤ। ਮਨੁੱਖ ਜੀਵਨ ਧਨ ਤੋਂ ਬਾਅਦ ਮਹਿਲ ਮਾੜੀਆਂ ਨਾਲ ਜ਼ਿਆਦਾ ਪਿਆਰ ਪਾਉਂਦਾ ਹੈ। ਤੋ ਆਪ ਸਮਝਾ ਰਹੇ ਨੇ, ਕੋਠੇ ਮੰਡਪ ਮਾੜੀਆਂ, ਏਤ ਨ ਲਾਈ ਚਿੱਤ। ਜਿਨ੍ਹਾਂ ਨੂੰ ਅਸੀਂ ਤਿਆਗੀ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਬੈਰਾਗੀ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਸੰਤ ਕਹਿ ਦਿੰਦੇ ਹਾਂ, ਇਹਨਾਂ ਦੇ ਵੀ ਚਿੱਤ ਕੋਠੇ ਮੰਡਪ ਮਾੜੀਆਂ ਦੇ 'ਚ ਹੀ ਨੇ। ਇਹ ਵੀ ਆਪਣੇ ਜੀਵਨ ਦੀ ਛਾਪ ਕੋਈ ਦੂਸਰੇ 'ਤੇ ਨਹੀਂ ਛੋੜਦੇ, ਔਰ ਜੀਵਨ ਦੀ ਛਾਪ ਹੈ ਵੀ ਨਹੀਂ, ਤਾਂ ਫਿਰ ਇਹ ਵੀ ਕੋਠੇ ਦਿਖਾਉਣ ਲੱਗ ਪੈਂਦੇ ਨੇ, ਮਾੜੀਆਂ ਦਿਖਾਉਣ ਲੱਗ ਪੈਂਦੇ ਨੇ, ਮਹਿਲ ਦਿਖਾਉਣ ਲੱਗ ਪੈਂਦੇ ਨੇ। ਇਹ ਸਾਡੇ ਮਹਿਲ, ਇਹ ਸਾਡਾ ਆਸ਼ਰਮ, ਇਹ ਸਾਡੇ ਕੋਠੇ। ਚਿੱਤ ਤੇ ਸੀ ਪਰਮਾਤਮਾ ਨਾਲ ਜੋੜਨ ਲਈ, ਚਿੱਤ ਜੁੜ ਗਿਆ ਕੋਠਿਆਂ ਨਾਲ, ਮਹਿਲ ਮਾੜੀਆਂ ਨਾਲ। ਔਰ ਕਈ ਮਨੁੱਖ ਬੜੇ ਸ਼ੌਕ ਨਾਲ ਜਿਵੇਂ ਆਪਣਾ ਮਕਾਨ ਦਿਖਾਉਂਦੇ ਨੇ, ਗ੍ਰਸਤੀ ਆਪਣਾ ਘਰ ਦਿਖਾਉਂਦੇ ਨੇ, ਇਹ ਕਮਰਾ ਵੇਖੋ, ਇਹ ਕਮਰਾ ਵੇਖੋ, ਇਹ ਚੌਬਾਰਾ ਵੇਖੋ, ਇਹ ਦੂਸਰੀ ਮੰਜ਼ਲ ਵੇਖੋ, ਇਹ ਤੀਸਰੀ ਮੰਜ਼ਲ ਵੇਖੋ। ਬਸ ਇਸ ਤਰ੍ਹਾਂ ਹੀ ਅੱਜ ਦੇ ਫਕੀਰ ਕੋਠੇ ਹੀ ਦਿਖਾਉਂਦੇ ਨੇ, ਮਾੜੀਆਂ ਦਿਖਾਉਂਦੇ ਨੇ, ਦੀਵਾਰਾਂ ਦਿਖਾਉਂਦੇ ਨੇ, ਔਰ ਰੰਗਿਆ ਹੋਇਆ ਔਰ ਉਸਰਿਆ ਹੋਇਆ ਪੱਥਰ ਤੇ ਇੱਟਾਂ ਹੀ ਦਿਖਾਉਂਦੇ ਨੇ। ਇਸ ਤੋਂ ਹੀ ਪਤਾ ਚੱਲਦਾ ਹੈ ਕਿ ਫਕੀਰ ਕਿੱਥੇ ਖੜਾ ਹੈ। ਜਿੱਥੇ ਗ੍ਰਸਤੀ ਖੜਾ ਹੈ ਉੱਥੇ ਹੀ ਫਕੀਰ ਖੜਾ ਹੈ। ਤੋ ਆਪ ਸਮਝਾ ਰਹੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨ ਲਾਈ ਚਿੱਤ, ਮਿੱਟੀ ਪਈ ਅਤੋਲਵੀਂ, ਕੋਈ ਨਾ ਹੋਸੀ ਮਿੱਤ। ਜਦ ਤੂੰ ਕਬਰ ਦੇ 'ਚ ਪਵੇਂਗਾ तो तोल के मिट्टी तेरे ऊपर नहीं पाई जाएगी, अथाह मिट्टी पाई जाएगी, बिना तोलियां पाई जाएगी, और तू दब के रह जाएगा। उठना तेरे वस दी हुण गल नहीं होवेगी। मिट्टी दे थल्ले तू दबिया जाए, उस तो पहले अपनी रूह लई ओ महल तलाश कर, ओ घर तलाश कर, जिस दे चों तैनूं कोई कढ ना सके और जिथे तू सदी भी रह सकें। अगां चल के फिर इस विचार नूं विस्तार सहित बाबा फरीद इंज समझाते हैं। फरीदा मंडप माल न लाए, मर्ग सताणी चित धर, साई जाए समाल, जिथे ही तो वंजणा। कोठियां दे च, महल माड़ियां दे च अपना चित ना ला, मर्ग सताणी चित धर। कबर नूं चेते रख, मौत नूं चेते रख। और एक हकीकत है कि काल चिंतन ही अकाल दा चिंतन बनता है।
ਮਨੁੱਖ ਨੂੰ ਜਿਸ ਦਿਨ ਆਪਣਾ ਅੰਤ ਦਿਖਾਈ ਦੇਵੇ ਤਾਂ ਅੰਤ ਹੀ ਬੇਅੰਤ ਦੇ ਨੇੜੇ ਹੈ। ਗੁਰੂ ਨਾਨਕ ਨੇ ਤੇ ਸ਼ਰਤ ਲਾ ਦਿੱਤੀ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਨ ਕਾ, ਤੋ ਆਓ ਹਮਾਰੇ ਪਾਸ। ਜੀਵਨ ਦੀ ਲਾਲਸਾ ਨੂੰ ਇੱਕ ਪਾਸੇ ਰੱਖ ਕੇ ਮੌਤ ਨੂੰ ਚੇਤੇ ਰੱਖ, ਔਰ ਜਿਤਨਾ ਕਿਸੇ ਨੂੰ ਮੌਤ ਚੇਤੇ ਆਵੇਗੀ ਉਤਨਾ ਸੰਸਾਰ ਬੇਮੈਨੀ ਹੁੰਦਾ ਜਾਏਗਾ। ਜਿਤਨਾ ਕੋਈ ਕਾਲ ਦਾ ਚਿੰਤਨ ਕਰੇਗਾ ਉਤਨਾ ਹੀ ਸੰਸਾਰ ਵਿਅਰਥ ਪ੍ਰਤੀਤ ਹੋਵੇਗਾ। और जैसे कोई दिन रात मौत का चिंतन करे तो इस जीवन तो उदास हो जाएगा, संसार तो उदास हो जाएगा। और जैसे एक दफ़ा संसार तो मुंह मोड़िया तो मुंह खुदा की तरफ हो जाएगा, परमात्मा की तरफ हो जाएगा। इस वास्ते बाबा फरीद कहते ने तू कबर नूं चेते रख, कोठियां नूं महल माड़ियां नूं नहीं, साई जाए समाल जिथे ही तो वंजणा। आखिर जिस घर दे तू जाना है, जिथे तू पहुँचना है, जिथे तेरा सदीवी वसेवा हो सकता है, कोशिश कर उस थां ते पहुँचण दी और उस थां नूं संभालण दी। अगां फिर यही उपदेश दूसरे रूप दे बाबा फरीद साडी झोली दे पाउंदे ने। फरीदा जिन्नी कमी नाहे गुण, ते कमड़े विसार, मत शर्मिंदा थी वही, साईं दे दरबार। ओ कम जिन्हां दे कोई गुण नहीं है, ओ किरत जिस दे कोई अध्यात्मक लाभ नहीं है, ओ बोल, ओ वेखना, ओ सुनना, ओ करना, जिस विच कोई गुण नहीं, समा अजाई जाता है, जीवन शक्ति अजाई जाती है। इस तरह के कामां नूं भुलाण की कोशिश कर, इस तरह के कामां नूं त्यागण की कोशिश कर, तां फिर तूं खुदा दे दरबार दे शर्मिंदा नहीं होवेगा, शर्मसार नहीं होवेगा, तेनू मान मिलेगा। मत शर्मिंदा थी वही, साईं दे दरबार। मतां किधरे तू साईं दे दरबार दे शर्मसार होवें तो ऐसा मौका ना बना, उन्हां कामां नूं भुलाण दी कोशिश कर जिस कम दे कोई गुण नहीं है। वो बोलना त्याग दे जिहड़ा बोलना सार्थक नहीं है। वो सोचना परे सुट जो सुरत नूं उच्चा ना करे। वो सुनना भी त्याग दे जिस नाल सुरत नीवीं जांदी होवे। ऐसे हर कर्म नूं परे सुट जो रूह नूं पस्ती विच लै जान, जिंदगी नूं पस्ती विच लै जान। अगर ऐसा है तो फिर खुदा दे दरबार दे सिवाय शर्मसारी दे होर कुछ भी नहीं। इस वास्ते बाबा फरीद कहंदे ने इस तरह के सारे कम्मां नूं भुलाण दी कोशिश कर ताकि खुदा दे दरबार दे तू शर्मसार ना होवें। फरीदा साहिब दी कर चाकरी। किस तरह ये सुरखरू होवे ते खुदा तो मान प्राप्त कर सके, वो किहड़े कर्म ने, ऐसा की शुभ है जिस नाल जीवन सार्थक हो जाए। तो आप दस रहे ने फरीदा साहिब दी कर चाकरी, दिल दी लाए भरान, दरवे सानू लोड़िए रुखां दी जीरान। दिल विच भरम नूं त्याग के उस खुदा दी चाकरी कर। तो परमात्मा दी चाकरी की है? वो अदृश्य है, व्यापक सता है, सर्वशक्तिमान है। साड़ी चाकरी दी उसनूं की लोड़ है? अगर देखा जाए तो परमात्मा साड़ी चाकरी कर रहा है। सूरज बन के सानू रोशनी दे रहा है, हवा बन के सानू प्राण दे रहा है, अन्न बन के
ਸਾਨੂੰ ਜ਼ਿੰਦਗੀ ਦੇ ਰਿਹਾ ਹੈ, ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ, ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ। ਕਦਮ ਕਦਮ ਦਿੱਤੇ ਪ੍ਰਮਾਤਮਾ ਸਾਡੀ ਸੇਵਾ ਦੇ ਜੁਟਿਆ ਹੋਇਆ ਹੈ। ਔਰ ਅਕਸਰ ਸੇਵਾ ਕਮਜ਼ੋਰ ਦੀ ਹੁੰਦੀ ਹੈ। ਪ੍ਰਮਾਤਮਾ ਦੇ ਸਾਹਮਣੇ ਅਸੀਂ ਕਮਜ਼ੋਰ ਹਾਂ। ਇੱਕ ਮਾਸੂਮ ਬੱਚਾ ਹੈ, ਮਾਂ ਬਾਪ ਸੇਵਾ ਕਰ ਰਹੇ ਨੇ, ਉਸਦੀ ਨਹਿਲਾ ਰਹੇ ਨੇ, ਧੁਲਾ ਰਹੇ ਨੇ, ਉਹਦੇ ਕੱਪੜੇ ਬਦਲ ਰਹੇ ਨੇ, ਉਹਨੂੰ ਖੁਰਾਕ ਮੁਹੱਈਆ ਕਰਕੇ ਦੇ ਰਹੇ ਨੇ। ਮਾਂ ਵੀ ਔਰ ਪਿਤਾ ਵੀ ਇਸ ਮਾਸੂਮ ਬੱਚੇ ਦੀ ਸੇਵਾ ਦੇ ਜੁਟੇ ਹੋਏ ਨੇ। ਜੈਸੇ ਬੱਚਾ ਰਾਜਾ ਬਣ ਗਿਆ ਹੈ, ਬੱਚਾ ਮਾਲਿਕ ਹੈ, ਔਰ ਮਾਂ ਬਾਪ ਗੁਲਾਮ ਬਣੇ ਹੋਏ ਨੇ, ਸੇਵਕ ਬਣੇ ਹੋਏ ਨੇ। ਸਹਿਜੇ ਸਹਿਜੇ ਮਾਂ ਬਾਪ ਬੁੱਢੇ ਹੋ ਗਏ ਨੇ, ਕਮਜ਼ੋਰ ਹੋ ਗਏ ਨੇ, ਬੱਚਾ ਜਵਾਨ ਹੋ ਗਿਆ, ਸ਼ਕਤੀਸ਼ਾਲੀ ਹੋ ਗਿਆ, ਤਾਕਤਵਰ ਹੋ ਗਿਆ। ਤੋ ਸਿਆਣੇ ਕਹਿੰਦੇ ਹੁਣ ਬੱਚੇ ਦਾ ਫਰਜ਼ ਹੈ ਮਾਂ ਬਾਪ ਦੀ ਸੇਵਾ ਕਰੇ, ਕਿਉਂਕਿ ਮਾਂ ਕਮਜ਼ੋਰ ਹੋ ਗਈ ਹੈ, ਪਿਤਾ ਕਮਜ਼ੋਰ ਹੋ ਗਿਆ। ਤੋ ਪ੍ਰਮਾਤਮਾ ਦੇ ਸਾਹਮਣੇ ਅਸੀਂ ਬਾਲਕ ਹਾਂ, ਕਮਜ਼ੋਰ ਹਾਂ, ਨਿਮਾਣੇ ਹਾਂ, ਨਿਤਾਣੇ ਹਾਂ। ਪ੍ਰਮਾਤਮਾ ਤੇ ਸਾਡੀ ਚਾਕਰੀ ਦੇ, ਸਾਡੀ ਸੇਵਾ ਦੇ ਜੁਟਿਆ ਹੋਇਆ ਹੈ। ਪਰ ਇੱਥੇ ਫਿਰ ਚਾਕਰੀ ਦਾ ਕੀ ਮਤਲਬ ਹੈ? ਗੁਰਬਾਣੀ ਦੀ ਵਿਆਖਿਆ ਗੁਰਬਾਣੀ ਹੀ ਕਰਦੀ ਹੈ ਬੜੇ ਸੋਹਣੇ ਢੰਗ ਨਾਲ। ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ, ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਤੋ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ ਦੀ ਸੇਵਾ ਹੈ, ਜਾਂ ਇੰਜ ਕਹਿ ਲਓ ਇਹ ਫਿਰ ਆਪਣੀ ਹੀ ਸੇਵਾ ਹੈ। ਜਦ ਵੀ ਕੋਈ ਪ੍ਰਭੂ ਦਾ ਨਾਮ ਜਪਦਾ ਹੈ ਤੋ ਪ੍ਰਭੂ ਸ਼ਕਤੀਸ਼ਾਲੀ ਹੈ, ਜਪਣ ਵਾਲਾ ਵੀ ਸ਼ਕਤੀਵਾਨ ਹੋ ਜਾਂਦਾ ਹੈ। ਪਰਮਾਤਮਾ ਮਹਾਨ ਹੈ, ਪਰਮਾਤਮਾ ਨੂੰ ਯਾਦ ਕਰਨ ਵਾਲਾ ਵੀ ਮਹਾਨ ਹੋ ਜਾਂਦਾ ਹੈ। ਪਰਮਾਤਮਾ ਸਮਦ੍ਰਿਸ਼ਟ ਹੈ, ਤੋ ਪਰਮਾਤਮਾ ਦਾ ਚਿੰਤਨ ਕਰਨ ਵਾਲਾ ਵੀ ਸਮਦ੍ਰਿਸ਼ਟ ਹੋ ਜਾਂਦਾ ਹੈ। ਔਰ ਪਰਮਾਤਮਾ ਦਇਆਲੂ ਹੈ, ਪ੍ਰਭੂ ਚਿੰਤਨ ਕਰਨ ਵਾਲਾ ਵੀ ਦਇਆ ਦੀ ਮੂਰਤੀ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਸ਼ਕਤੀਸ਼ਾਲੀ ਦਾ ਜਪ ਕਰਕੇ, ਜਪ ਕਰਨ ਵਾਲਾ ਵੀ ਸ਼ਕਤੀਸ਼ਾਲੀ ਹੋ ਜਾਂਦਾ ਹੈ। ਤੋ ਪਰਮਾਤਮਾ ਮਨੁੱਖ ਦੀ ਲੋੜ ਹੈ, ਅਸੀਂ ਪਰਮਾਤਮਾ ਦੀ ਲੋੜ ਨਹੀਂ ਹਾਂ। ਸਾਡੀ ਲੋੜ ਪਰਮਾਤਮਾ ਹੈ, ਉਹ ਸਾਡੀ ਗਰਜ਼ ਹੈ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਮਨ ਦੇ ਚੋਂ ਭਰਮ ਹਟਾ ਕੇ ਖੁਦਾ ਦਾ ਚਿੰਤਨ ਕਰ, ਖੁਦਾ ਦੀ ਸੇਵਾ ਕਰ। ਔਰ ਇਹ ਸੇਵਾ ਇਸ ਤਰ੍ਹਾਂ ਕਰ ਦਰਵੇਸ਼ ਬਣ ਕੇ। ਔਰ ਦਰਵੇਸ਼ ਕੈਸਾ ਹੁੰਦਾ ਹੈ? ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ। ਜਿਹੜਾ ਜਿਗਰਾ ਦਰਖਤਾਂ ਦਾ ਹੈ, ਧੁੱਪ ਆਪ ਸਹਾਰ ਰਹੇ ਨੇ, ਛਾਂ ਦੂਸਰੇ ਨੂੰ ਦੇ ਰਹੇ ਨੇ, ਵੱਟੇ ਤੇ ਸੋਟੀਆਂ ਆਪ ਸਹਾਰ ਰਹੇ ਨੇ, ਫਲ ਦੂਸਰੇ ਨੂੰ ਦੇ ਰਹੇ ਨੇ, ਕੱਟ ਕੇ ਵੀ ਦੂਸਰੇ ਦੇ ਕੰਮ ਆ ਰਹੇ ਨੇ, ਜੋ ਇਸ ਨੂੰ ਕੱਟ ਦੇਵੇ ਉਸ ਦੇ ਕੰਮ ਆਉਂਦੇ ਨੇ। ਇਸ ਤਰ੍ਹਾਂ ਦਾ ਬਣ ਜਾ। ਇਤਨਾ ਵੱਡਾ ਜਿਗਰਾ, ਦੁੱਖ ਖੁਦ ਸਹੇੜ ਕੇ ਜਗਤ ਨੂੰ ਸੁਖ ਦੇ। ਆਪਣੇ ਅੰਦਰ ਸਹਿਨ ਸ਼ਕਤੀ ਪੈਦਾ ਕਰ, ਜੈਸੇ ਕਿ ਰੁੱਖਾਂ ਦੇ ਅੰਦਰ ਹੈ। ਤਾਂ ਹੀ ਤੂੰ ਖੁਦਾ ਨੂੰ ਕਬੂਲ ਹੋ ਸਕੇਗਾ, ਖੁਦਾ ਨੂੰ ਪ੍ਰਵਾਨ ਹੋ ਸਕੇਗਾ। ਔਰ ਖੁਦਾ ਦੇ ਬੂਹੇ 'ਤੇ ਤੈਨੂੰ ਬੈਠਣਾ ਨਸੀਬ ਹੋ ਸਕੇਗਾ। ਔਰ ਤੂੰ ਸਹੀ ਮਾਇਨਿਆਂ ਵਿੱਚ ਦਰਵੇਸ਼ ਬਣ ਜਾਏਗਾ। ਕਹਿੰਦੇ ਨੇ ਉਸ ਨੂੰ ਦਰਵੇਸ਼ ਜੋ ਦਰ ਮੱਲ ਕੇ ਬੈਠ ਗਿਆ, ਜੋ ਬੂਹਾ ਮੱਲ ਕੇ ਬੈਠ ਗਿਆ। ਔਰ ਇਹ ਬੂਹਾ ਉਸ ਨੂੰ ਨਸੀਬ ਹੋ ਜਾਂਦਾ ਹੈ ਜਿਸ ਦੇ ਕੋਲ ਜਿਗਰਾ ਰੁੱਖਾਂ ਵਰਗਾ ਹੈ, ਸਾਰੀ ਦੁੱਖ ਆਪ ਸਹਾਰ ਰਿਹਾ ਹੈ, ਸਾਰੀ ਛਾਂ ਦੂਸਰਿਆਂ ਨੂੰ ਦੇ ਰਿਹਾ ਹੈ। ਜਿਤਨੇ ਵੀ ਫਲ ਉਸ ਦੇ ਕੋਲ ਨੇ ਸਭ ਦੂਸਰਿਆਂ ਲਈ ਨੇ, ਆਪ ਨਹੀਂ ਖਾ ਰਿਹਾ। ਇਸ ਤਰ੍ਹਾਂ ਦਾ ਕੋਈ ਮਨੁੱਖ ਹੋਵੇ ਕਿ ਉਸ ਦਾ ਜੀਵਨ ਦੂਸਰਿਆਂ ਲਈ ਹੋਵੇ, ਉਸ ਦਾ ਸੋਹਣਾ ਦੂਸਰਿਆਂ ਲਈ ਹੋਵੇ, ਉਸ ਦਾ ਮਰਨਾ ਵੀ ਦੂਸਰਿਆਂ ਲਈ ਹੋਵੇ, ਉਹਦਾ ਸੋਚਣਾ ਵੀ ਦੂਸਰਿਆਂ ਲਈ ਹੋਵੇ। ਜਦ ਕੋਈ ਐਸਾ ਹੋ ਜਾਂਦਾ ਹੈ, ਖੁਦਾ ਦਾ ਦਰਵੇਸ਼ ਬਣ ਜਾਂਦਾ ਹੈ, ਖੁਦਾ ਦਾ ਬੂਹਾ ਉਸ ਨੂੰ ਨਸੀਬ ਹੋ ਜਾਂਦਾ ਹੈ। ਔਰ ਖੁਦਾ ਆਪਣੇ ਦਰਵਾਜ਼ੇ 'ਤੇ ਸਦੀਵੀ ਉਸ ਨੂੰ ਬਿਠਾ ਲੈਂਦਾ ਹੈ ਔਰ ਗਲਵਕੜੀ ਦੇ 'ਚ ਪਾ ਲੈਂਦਾ ਹੈ। ਬਾਬੇ ਫਰੀਦ ਦੇ ਇਹ ਅਮਰ ਸਿਧਾਂਤਿਕ ਬੋਲ ਰਹਿਮਤ ਕਰੇ ਗੁਰੂ ਸਾਡੇ ਹਿਰਦੇ 'ਚ ਵਸਣ ਔਰ ਰੁੱਖਾਂ ਵਰਗਾ ਜਿਗਰਾ ਅਸੀਂ ਬਣਾ ਸਕੀਏ।